ਮਰਨਾ ਸੱਚ ਹੈ, ਜਿਉਣਾ ਝੂਠ ਹੈ। ਜਦੋਂ ਇਹ ਜੀਵ ਸੰਸਾਰ ਦੇ ਉੱਤੇ ਪੈਦਾ ਹੁੰਦਾ ਹੈ, ਆਪਣਾ ਮਰਨ ਦਾ ਦਿਨ ਨਿਸ਼ਚਿਤ ਕਰਕੇ ਆਉਂਦਾ ਹੈ। ਇਹ ਜੀਵਨ ਇੱਕ ਸੁਪਨੇ ਦੀ ਨਿਆਈ ਹੈ। ਤੂੰ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰ ਤਾਂ ਕਿ ਤੇਰਾ ਇੱਥੇ ਆਇਆ ਹੋਇਆ ਮਨੁੱਖਾ ਜੀਵਨ ਸਫਲਾ ਹੋ ਸਕੇ, 84 ਦੇ ਗੇੜ ਤੋਂ ਬਚ ਸਕੇ। ਇਹ ਭਾਈ, ਤੇਰੇ ਸਰੀਰ ਦੇ ਵਿੱਚ ਤਾਂ ਹਲੇ ਉਸ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਹੋਏ ਸਵਾਸ ਚੱਲ ਰਹੇ ਨੇ। ਤੂੰ ਕਿਉਂ ਉਸ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ? ਜਿਸਕੇ ਜੀ ਪ੍ਰਾਨ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ। ਤੂੰ ਕਿਉਂ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਗੁਰਸੇਵਕ ਸਿੰਘ, ਹਜੂਰੀ ਰਾਗੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ। ਅੱਜ ਆਪਾਂ ਗੱਲ ਕਰੀਏ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਸਤਿਗੁਰਾਂ ਦਾ ਹੁਕਮ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਜਗ ਜੀਵਨ ਐਸਾ, ਸੁਪਨੇ ਜੈਸਾ, ਜੀਵਨ ਸੁਪਨ ਸਮਾਨ ਨਹੀਂ। ਸਭ ਤੋਂ ਪਹਿਲਾਂ ਜਦੋਂ ਇਹ ਜੀਵ ਸੰਸਾਰ ਦੇ ਉੱਤੇ ਪੈਦਾ ਹੁੰਦਾ ਹੈ, ਤਾਂ ਇਹ ਮਨੁੱਖ ਉਸ ਵਾਹਿਗੁਰੂ ਪ੍ਰਮਾਤਮਾ ਦੇ ਕੋਲੇ ਆਪਣਾ ਮਰਨ ਦਾ ਦਿਨ ਨਿਸ਼ਚਿਤ ਕਰਕੇ ਆਉਂਦਾ ਹੈ, ਭਾਵ ਕਿ ਲਿਖਾ ਕੇ ਆਉਂਦਾ ਹੈ। ਪਾਵਨ ਗੁਰਬਾਣੀ ਦਾ ਹੁਕਮ ਹੈ, ਮਰਨ ਲਿਖਾਏ ਮੰਡਲ ਮਹਿ ਆਏ। ਇਹ ਜੀਵ, ਇਹ ਮਨੁੱਖ ਆਪਣਾ ਮਰਨ ਦਾ ਦਿਨ ਉਸ ਵਾਹਿਗੁਰੂ ਪ੍ਰਮਾਤਮਾ ਕੋਲ ਲਿਖਾ ਕੇ ਆਉਂਦਾ ਹੈ। ਜਿਨਨੇ ਉਸ ਵਾਹਿਗੁਰੂ ਪ੍ਰਮਾਤਮਾ ਨੇ ਸਵਾਸ ਇਸ ਮਨੁੱਖ ਨੂੰ ਬਖਸ਼ਿਸ਼ ਕੀਤੇ ਨੇ, ਇਹ ਜੀਵ ਆਤਮਾ, ਇਹ ਮਨੁੱਖ ਉਹਨੇ ਹੀ ਸਵਾਸ ਇਸ ਸੰਸਾਰ ਦੇ ਉੱਤੇ ਭੋਗਦਾ ਹੈ, ਭਾਵ ਕਿ ਬਤੀਤ ਕਰਦਾ ਹੈ। ਜਦੋਂ ਉਸ ਵਾਹਿਗੁਰੂ ਦਾ ਪ੍ਰਮਾਤਮਾ ਦਾ ਹੁਕਮ ਆ ਜਾਂਦਾ ਹੈ, ਤਾਂ ਇਹ ਆਤਮਾ, ਮਨੁੱਖ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਵਿਰਾਜਦਾ ਹੈ। ਜਗ ਜੀਵਨ ਐਸਾ, ਸੁਪਨੇ ਜੈਸਾ, ਜੀਵਨ ਸੁਪਨ ਸਮਾਨ ਨਹੀਂ। ਇਹ ਜਿਹੜਾ ਜੀਵਨ ਹੈ ਨਾ ਮਨੁੱਖ ਦਾ, ਇਹ ਸੁਪਨੇ ਦੀ ਨਿਆਈ ਹੈ। ਜਿੱਦਾਂ ਸੁੱਤੇ ਪਏ ਮਨੁੱਖ ਨੂੰ ਸੁਪਨਾ ਆਉਂਦਾ ਹੈ, ਪਰ ਉਹਨੂੰ ਪਤਾ ਨਹੀਂ ਚੱਲਦਾ। ਇਹ ਜੀਵਨ ਇੱਕ ਸੁਪਨੇ ਦੀ ਨਿਆਈ ਹੈ। ਜੈਸੇ ਜਲ ਤੇ ਬੁੱਧ ਬੁਧਾ, ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਹੈ ਭਾਈ, ਇਹ ਤੇਰਾ ਜਿਹੜਾ ਜੀਵਨ ਹੈ, ਜਗ ਜੀਵਨ ਐਸਾ, ਸੁਪਨੇ ਜੈਸਾ। ਜੈਸੇ ਜਲ ਤੇ ਬੁੱਧ ਬੁਧਾ, ਜਿਵੇਂ ਕਹਿੰਦੇ ਵਗਦੇ ਹੋਏ ਪਾਣੀ ਦੇ ਉੱਤੇ ਪਾਣੀ ਦੇ ਬੁਲਬੁਲੇ ਬਣ ਜਾਂਦੇ ਨੇ, ਫੁੱਟ ਜਾਂਦੇ ਨੇ। ਜੈਸੇ ਜਲ ਤੇ ਬੁੱਧ ਬੁਧਾ, ਉਪਜੈ ਬਿਨਸੈ ਨੀਤ। ਜਿੱਦਾਂ ਵਗਦੇ ਹੋਏ ਪਾਣੀ ਦੇ ਬੁਲਬੁਲੇ ਫੁੱਟ ਜਾਂਦੇ ਨੇ, ਬਣ ਜਾਂਦੇ ਨੇ, ਇਹ ਤੇਰਾ ਇਸ ਤਰ੍ਹਾਂ ਹੀ ਮਨੁੱਖ ਦਾ ਜੀਵਨ ਹੈ। ਜੈਸੇ ਜਲ ਤੇ ਬੁੱਧ ਬੁਧਾ, ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਇਹ ਜਗ ਦੀ ਰਚਨਾ, ਇਹ ਸੰਸਾਰ ਦੀ ਰਚਨਾ ਉਹ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਹੈ। ਮਨੁੱਖ ਪੈਦਾ ਹੁੰਦਾ ਹੈ, ਚਲਾ ਜਾਂਦਾ ਹੈ, ਮਰ ਜਾਂਦਾ ਹੈ। ਮਨੁੱਖ ਪੈਦਾ ਹੁੰਦਾ ਹੈ, ਮਰ ਜਾਂਦਾ ਹੈ। ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਪਰ ਸਾਨੂੰ ਇਹ ਮਨੁੱਖਾ ਦੇਹੀ ਬਖਸ਼ਿਸ਼ ਕਿਉਂ ਹੋਈ ਹੈ? ਉਸ ਵਾਹਿਗੁਰੂ ਪ੍ਰਮਾਤਮਾ ਨੇ ਸਾਨੂੰ ਮਨੁੱਖਾ ਦੇਹੀ ਦੀ ਬਖਸ਼ਿਸ਼ ਕਿਉਂ ਕੀਤੀ ਹੈ? ਸਤਿਗੁਰੂ ਜੀ ਫਰਮਾਨ ਕਰਦੇ ਨੇ, ਪ੍ਰਾਨੀ ਤੂੰ ਆਇਆ ਲਾਹਾ ਲੈਣ ਲੱਗਾ, ਕਿਤ ਕੁਫੱਕੜੈ ਸਭ ਮੁਕਦੀ ਚੱਲੀ ਰੈਣ। ਹੈ ਭਾਈ, ਤੂੰ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰ ਤਾਂ ਕਿ ਤੇਰਾ ਇੱਥੇ ਆਇਆ ਹੋਇਆ ਮਨੁੱਖਾ ਜੀਵਨ ਸਫਲਾ ਹੋ ਸਕੇ। ਪ੍ਰਾਨੀ ਤੂੰ ਆਇਆ ਲਾਹਾ ਲੈਣ ਲੱਗਾ, ਕਿਤ ਕੁਫੱਕੜੈ ਸਭ ਮੁਕਦੀ ਚੱਲੀ ਰੈਣ। ਲੇਕਿਨ ਤੂੰ ਕੀ ਕਰ ਰਿਹਾ ਹੈ? ਤੂੰ ਮਾਇਆ ਦੇ ਜਾਲ ਦੇ ਵਿੱਚ ਇੰਨਾ ਕੁ ਫਸ ਗਿਆ ਹੈ ਕਿ ਉਹ ਵਾਹਿਗੁਰੂ ਪ੍ਰਮਾਤਮਾ ਨੂੰ ਭੁੱਲ ਗਿਆ ਹੈ, ਭਾਵ ਕਿ ਉਸ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ।
ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। हे ਭਾਈ, ਤੂੰ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰ। ਸੰਸਾਰ ਦੇ ਉੱਤੇ ਰਹਿ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰ। ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਵੀ ਕਰ ਤਾਂ ਕਿ ਤੂੰ 84 ਦੇ ਗੇੜ ਤੋਂ ਬਚ ਸਕੇ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਨਹਾਰ। ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ। ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ। ਕੂੜ ਕੂੜੈ ਨੇਹੋਂ ਲੱਗਾ, ਵਿਸਰਿਆ ਕਰਤਾਰ। हे ਭਾਈ, ਤੂੰ ਕਿਉਂ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ? ਜਿਸ ਮਨੋਰਥ ਵਾਸਤੇ, ਜਿਸ ਕੰਮ ਵਾਸਤੇ ਤੈਨੂੰ ਉਸ ਪ੍ਰਮਾਤਮਾ ਨੇ ਸੰਸਾਰ ਦੇ ਉੱਤੇ ਭੇਜਣਾ ਕੀਤਾ ਹੈ, ਉਹ ਤੂੰ ਨਹੀਂ ਕਰ ਰਿਹਾ। ਭਾਵ ਕਿ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਨਹੀਂ ਕਰ ਰਿਹਾ। ਤੂੰ ਕੀ ਕਰ ਰਿਹਾ ਹੈ? ਉਲਟਾ ਤੂੰ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ। ਆਪੇ ਹੀ ਕਰਨਾ ਕੀਓ, ਕਲ ਆਪੇ ਹੀ ਤੇ ਧਾਰੀਐ। ਦੇਖੈ ਕੀਤਾ ਆਪਣਾ ਧਰ ਕੱਚੀ, ਪੱਕੀ ਸਾਰੀ ਹੈ। ਜੋ ਆਇਆ ਸੋ चल सी, सब कोई आई बारी है। जिसके जी प्राण है, जान वाला मनुख चला गया, लेकिन सतगुरु पातशाह जी फरमान करते ने, जिसके जी प्राण है क्यों साहिब मनो विसारी है। हे भाई, तेरे शरीर ਦੇ ਵਿੱਚ ਤਾਂ ਹਲੇ ਉਸ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਹੋਏ ਸਵਾਸ ਚੱਲ ਰਹੇ ਨੇ, ਤੂੰ ਕਿਉਂ ਉਸ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ? जिसके जी प्राण है क्यों साहिब मनो विसारी है। तू क्यों उस वाहिगुरू परमात्मा नूं विसार दिता है? अपन हथी अपना आपे ही का सवारी है। ये रिश्ते, ये नाते सब भैन भाई सब झूठ ने। इत्थों तक है सतगुरु पातशाह जी फरमान करते ने, घर की नार बहुत हित जासो, सदा रहत संग लागी, जब ही हंस तजी एह काया, प्रेत प्रेत कर भागी। घर वाली ਜਿਹਦਾ ਕਿ ਰਿਸ਼ਤਾ ਅਸੀਂ ਸਭ ਤੋਂ ਆਪਣੇ ਨੇੜੇ ਮੰਨਦੇ ਹਾਂ, ਉਹ ਵੀ ਕਹਿਣ ਲੱਗ ਜਾਂਦੀ ਹੈ ਕਿ ਇਹਨੂੰ ਜਲਦੀ ਲੈ ਜਾਓ, ਇਹਨੂੰ ਜਲਦੀ ਇਹਦਾ ਸੰਸਕਾਰ ਕਰ ਦਿਓ, ਇਹ ਪ੍ਰੇਤ ਬਣ ਗਿਆ। ਘਰ ਕੀ ਨਾਰ ਬਹੁਤ ਹਿਤ ਜਾਸੋ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਕਾਇਆ ਭਾਵ ਕਿ ਸਰੀਰ ਦੇ ਵਿੱਚੋਂ ਜਾਨ ਨਿਕਲੀ ਤਾਂ ਪ੍ਰੇਤ ਬਣ ਗਿਆ। ਇਹਨੂੰ ਜਲਦੀ ਲੈ ਜਾਓ, ਇਹਦਾ ਸੰਸਕਾਰ ਕਰ ਦਿਓ। ਭਾਵ ਕਿ ਇਹ ਸੰਸਾਰ ਦੇ ਰਿਸ਼ਤੇ ਨਾਤੇ, ਮਿੱਤਰ ਦੋਸਤ ਸਭ ਝੂਠ ਨੇ। ਮਿੱਤਰ ਕੌਣ ਹੈ? ਸੱਚਾ ਮਿੱਤਰ ਉਸ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਹੈ। ਸੋ ਅਸੀਂ ਸੰਸਾਰ ਦੇ ਉੱਤੇ ਰਹਿ ਕਰਕੇ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ, ਬੰਦਗੀ ਕਰਨੀ ਹੈ, ਉਸ ਵਾਹਿਗੁਰੂ ਦੇ ਨਾਲ ਜੁੜਨਾ ਹੈ ਤਾਂ ਕਿ ਸਾਡਾ ਇੱਥੇ ਆਇਆ ਹੋਇਆ ਜੀਵਨ ਸਫਲਾ ਹੋ ਸਕੇ। ਪਰ ਮਨੁੱਖ ਕੀ ਕਰ ਰਿਹਾ ਹੈ? ਉਸ ਵਾਹਿਗੁਰੂ ਦਾ ਪ੍ਰਮਾਤਮਾ ਦਾ ਸਿਮਰਨ ਨਹੀਂ ਕਰ ਰਿਹਾ। ਜਿਸ ਵਾਹਿਗੁਰੂ ਪ੍ਰਮਾਤਮਾ ਨੇ ਇਹ ਮਨੁੱਖਾ ਦੇਹੀ ਦੀ ਬਖਸ਼ਿਸ਼ ਕੀਤੀ ਹੈ, ਅਸੀਂ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ। ਜਿਵੇਂ ਕਿ ਸਾਡਾ ਕੋਈ ਮਿੱਤਰ ਪਿਆਰਾ ਇਸ ਸੰਸਾਰ ਦੇ ਉੱਤੇ ਚਲਾ ਜਾਂਦਾ ਹੈ, ਅਸੀਂ ਉਹਦੇ ਅੰਤਮ ਸਮੇਂ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਾਂਦੇ ਹਾਂ। ਨਾਂਗੇ ਆਵਣਾ ਨਾਂਗੇ ਜਾਣਾ, हर हुक्म पया क्या कीजै, जिसकी वस्त सोई लै जाएगा, रोस किसे सो कीजै। असी रोसा किहदे नाल करिए? उस वाहिगुरू परमात्मा दी ये जीव, ये आत्मा उस वाहिगुरू परमात्मा दी बख्शिश कीती हुई सी। वो अपनी जिसकी वस्त, ये वस्तु जिसकी वस्त सोई लै जाएगा, रोस किसे सो कीजे। असी रोसा क्यों करिए उहदे नाल? पर सतगुरु जी फरमान करते ने, गुरमुख होए सो भाणा मन्ने, सहजे हर रस पीजै। नानक सुखदाता सदा सलाहियो रसना, राम रवीजै। उस वाहिगुरू परमात्मा दा भाणा मनना है ਅਤੇ ਉਸ ਇਹ ਰਸਨਾ ਦੇ ਨਾਲ ਉਸ परमात्मा ਦੀ ਬੰਦਗੀ करनी है। नानक सुखदाता
ਸਦਾ ਸਲਾਹਿਓ, ਭਾਵ ਕਿ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ। ਨਾਨਕ ਸੁਖ ਦਾਤਾ ਸਦਾ ਸਲਾਹਿਓ, ਰਸਨਾ ਰਾਮ ਰਵੀਜੈ। ਇਹ ਪਾਵਨ ਰਸਨਾ ਦੇ ਨਾਲ ਉਸ ਮਾਲਕ ਦਾ, ਉਸ ਅੱਲਾਹ ਤਾਲਾ ਦਾ, ਉਸ ਵਾਹਿਗੁਰੂ ਦਾ, ਪਰਮਾਤਮਾ ਦਾ ਸਿਮਰਨ ਕਰਨਾ ਹੈ। ਰੈਨ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਰੈਨ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। हे ਭਾਈ, ਤੇਰਾ ਦਿਨ ਦਿਨ ਘਟਦਾ ਜਾ ਰਿਹਾ ਹੈ, ਭਾਵ ਕਿ ਰੈਨ ਗਈ, ਰਾਤ ਚਲੀ ਜਾਂਦੀ ਹੈ, ਦਿਨ ਵੀ ਚਲਿਆ ਗਿਆ। ਰੈਨ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। हे ਭਾਈ, ਤੇਰਾ ਦਿਨ ਦਿਨ ਘਟਦਾ ਜਾ ਰਿਹਾ ਹੈ, ਆਰਜੂ ਤੇਰੀ ਬੀਤਦੀ ਜਾ ਰਹੀ ਹੈ। ਤੂੰ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰ ਤਾਂ ਕਿ ਤੇਰਾ ਇੱਥੇ ਆਇਆ ਹੋਇਆ ਮਨੁੱਖਾ ਜੀਵਨ ਸਫਲਾ ਹੋ ਸਕੇ ਅਤੇ ਤੂੰ ਇਹ 84 ਲੱਖ ਦੇ ਗੇੜ ਤੋਂ ਬਚ ਸਕੇ। ਰੈਨ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। हे ਭਾਈ, ਤੂੰ ਸੰਸਾਰ ਦੇ ਉੱਤੇ ਰਹਿ ਕਰਕੇ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰ, ਬੰਦਗੀ ਕਰ, ਚੰਗੇ ਕਰਮ ਕਰ ਤਾਂ ਕਿ ਤੇਰਾ ਇੱਥੇ ਆਇਆ ਹੋਇਆ ਸਫਲਾ ਹੋ ਸਕੇ। ਆਪੇ ਹੀ ਕਰਨਾ ਕਿ ਉਹ ਕਲ ਆਪੇ ਹੀ ਤੈ ਧਾਰੀ ਹੈ, ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ। ਜੋ ਜੀਵ, ਜੋ ਮਨੁੱਖ ਇਸ ਸੰਸਾਰ ਦੇ ਉੱਤੇ ਪੈਦਾ ਹੋਇਆ, ਉਹਨੇ ਇੱਕ ਨਾ ਇੱਕ ਦਿਨ ਆਪਣੀ ਵਾਰੀ ਦੇ ਅਨੁਸਾਰ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਚਲੇ ਜਾਣਾ ਹੈ, ਭਾਵ ਕਿ ਉਸ ਪਰਮਾਤਮਾ ਦੇ ਚਰਨਾਂ ਦੇ ਜਾ ਬਿਰਾਜਣਾ ਹੈ। हे ਭਾਈ, ਤੂੰ ਸਿਮਰਨ ਕਰ, ਬੰਦਗੀ ਕਰ। ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹਿ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਪਾਵਨ ਗੁਰਬਾਣੀ ਦੇ ਵਿੱਚ, ਤੂੰ ਉਸ ਵਾਹਿਗੁਰੂ ਦਾ ਸਿਮਰਨ ਕਰ। ਰਾਮ ਨਾਮ ਗੁਣ ਗਾਏ ਲੈ ਮੀਤਾ। हे ਭਾਈ, हे ਮੇਰੇ ਮਿੱਤਰ, ਤੂੰ ਉਸ ਮਾਲਕ ਦੇ ਗੁਣ ਗਾਉਣਾ ਕਰ, ਉਸ ਮਾਲਕ ਦੀ ਬੰਦਗੀ ਕਰ ਤਾਂ ਕਿ ਤੇਰਾ ਇੱਥੇ ਆਇਆ ਹੋਇਆ ਸਫਲਾ ਹੋ ਸਕੇ। ਕਾਮ ਕ੍ਰੋਧ ਮੋਹ ਲੋਭ ਹੰਕਾਰ ਤੋਂ ਮੁਕਤ ਹੋ ਸਕੇ। ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਬੇਨਤੀ ਕਰਨੀ ਹੈ, ਸਤਿਗੁਰੂ ਜੀ ਆਪ ਕਿਰਪਾ ਕਰੋ, ਆਪ ਰਹਿਮਤ ਕਰੋ, ਆਪ ਤਰਸ ਕਰੋ। ਨਾਮ ਸੇਵਾ ਸਿਮਰਨ ਦੀ ਦਾਤ ਝੋਲੀ ਪਾਓ ਤਾਂ ਕਿ ਅਸੀਂ ਵੀ ਇਹ ਮਨੁੱਖਾ ਜੀਵਨ ਆਪਣਾ ਸਫਲਾ ਕਰ ਸਕੀਏ। ਸਿਰ ਤੇ ਰਹਿਮਤ ਭਰਿਆ ਹੱਥ ਰੱਖੋ, ਕਿਰਪਾ ਕਰੋ ਗਰੀਬ ਨਵਾਜ, ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰੋ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰੋ। ਸੋ ਆਓ ਭਾਈ, ਆਪਾਂ ਸਾਰੇ ਰਲ ਮਿਲ ਕੇ ਉਸ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਰੀਏ, ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰੀਏ ਤਾਂ ਕਿ ਸਾਡਾ ਇੱਥੇ ਆਇਆ ਹੋਇਆ ਮਨੁੱਖਾ ਜੀਵਨ ਸਫਲਾ ਹੋ ਸਕੇ। ਮਰਨਾ ਸੱਚ ਹੈ, ਜਿਉਣਾ ਝੂਠ ਹੈ। ਬਹੁਤ ਹੀ ਉਦਾਹਰਨਾਂ ਪਾਵਨ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ। ਪਾਵਨ ਗੁਰਬਾਣੀ ਨੂੰ ਬੜੀਆਂ ਹੀ ਉਦਾਹਰਨਾਂ ਆਉਂਦੀਆਂ ਨੇ ਕਿ ਇਹ ਜਿਹੜਾ ਜਿਉਣਾ ਇਹ ਇੱਕ ਝੂਠ ਹੈ, ਮਰਨਾ ਹੀ ਸੱਚ ਹੈ। ਇੱਕ ਨਾ ਇੱਕ ਦਿਨ ਮਰਨਾ ਹੀ ਹੈ। ਫਿਰ ਅਸੀਂ ਕਿਉਂ ਉਸ ਵਾਹਿਗੁਰੂ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ? ਅਸੀਂ ਚੇਤੇ ਰੱਖਣਾ ਹੈ, ਅਸੀਂ ਯਾਦ ਕਰਕੇ ਰੱਖਣਾ ਹੈ ਹਰ ਟਾਈਮ ਮੌਤ ਨੂੰ, ਕਿ ਕੋਈ ਪਤਾ ਨਹੀਂ ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੇ ਠਣਕਾ, ਇਹੋ ਮਨ ਉੱਡਣ ਪਖੇਰੂ ਬਣਕਾ। ਕੋਈ ਪਤਾ ਨਹੀਂ ਇਹ ਮਿੱਟੀ ਦਾ ਭਾਂਡਾ ਕਦੋਂ ਫੁੱਟ ਜਾਣਾ ਹੈ, ਕਦੋਂ ਇਹਦੇ ਵਿੱਚੋਂ ਕਾਇਆ ਨਿਕਲ ਜਾਣੀ ਹੈ, ਕੋਈ ਪਤਾ ਨਹੀਂ। ਅਸੀਂ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰੀਏ, ਆਪਣੇ ਜੀਵਨ ਨੂੰ ਸਫਲਾ ਬਣਾਈਏ ਤਾਂ ਕਿ ਅਸੀਂ ਜਨਮ ਮਰਨ ਦੇ ਗੇੜ ਤੋਂ ਰਹਿਤ ਹੋ ਸਕੀਏ। ਸੋ ਇਤਨੀ ਕੀ ਸੇਵਾ ਪ੍ਰਵਾਨ ਕਰ ਲੈਣੀ ਜੀ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਜਾਣੇ ਅਣਜਾਣੇ। ਆਪ ਸਾਰੀ ਸੰਗਤ ਗੁਰੂ ਸਾਹਿਬ ਕਿਰਪਾ ਕਰ, ਇਸੇ ਤਰ੍ਹਾਂ ਪਾਵਨ ਗੁਰਬਾਣੀ ਦੀ ਵਿਚਾਰ ਬਖਸ਼ਿਸ਼ ਕਰਨ ਤਾਂ ਕਿ ਅਸੀਂ ਆਪਣਾ ਆਪ ਸਾਰੀ ਸੰਗਤ ਦੀ ਸੇਵਾ ਕਰ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।